So students, here in this session, we are going to begin with the topic human eye, right? So, ਅਸੀਂ already discuss ਕਰ ਚੁੱਕੇ ਹਾਂ ਨਿਊਰਲ ਕੰਟਰੋਲ ਐਂਡ ਕੋਆਰਡੀਨੇਸ਼ਨ ਚੈਪਟਰ ਦੇ ਵਿੱਚ ਕਿਵੇਂ ਸਿਗਨਲ ਆਉਂਦਾ ਹੈ ਸਟਿਮੂਲਸ ਰਾਈਟ ਸੈਂਸਰੀ ਜਿਹੜੇ ਸਾਡੇ ਰਿਸੈਪਟਰਸ ਹੁੰਦੇ ਨੇ ਜਿਹੜੇ ਸਾਡੇ ਸੈਂਸਰੀ ਆਰਗਨਸ ਹੁੰਦੇ ਨੇ ਹਾਊ ਦੇ ਰਿਸੀਵ ਦਾ ਸਿਗਨਲ ਹਾਊ ਸੈਂਸਰੀ ਨਰਵਸ ਟੇਕ ਦੈਟ ਸਿਗਨਲ ਟੂ ਦ ਸਪਾਈਨਲ ਕਾਰਡ ਉਹ ਕਿਵੇਂ ਮੋਡੂਲੇਟਰ ਦਾ ਕੰਮ ਕਰਦੀ ਹੈ ਸਪਾਈਨਲ ਕਾਰਡ ਦੈਨ ਸਿਗਨਲ ਰਿਟਰਨ ਬੈਕ ਆਉਂਦਾ ਮੋਟਰ ਨਰਵਸ ਲੈ ਕੇ ਆਉਂਦੀਆਂ ਨੇ ਮੋਟਰ ਨਿਊਰੋਨਸ ਲੈ ਕੇ ਆਉਂਦੇ ਨੇ ਦੈਨ ਉਹ ਸਿਗਨਲ ਇਫੈਕਟਰ ਆਰਗਨ ਤੱਕ ਜਾਂਦਾ ਐਂਡ ਉਹ ਜਿਹੜਾ ਸਾਡਾ ਰਿਸਪੌਂਸ ਹੁੰਦਾ ਉਹ ਪੈਦਾ ਹੁੰਦਾ ਸਟਿਮੂਲਸ ਰਿਸੀਵ ਹੁੰਦਾ ਅਤੇ ਰਿਸਪੌਂਸ ਉਹਦੇ ਅਗੇਂਸਟ ਪੈਦਾ ਹੁੰਦਾ ਰਾਈਟ ਜਿਹੜੇ ਸਾਡੇ ਸੈਂਸਰੀ ਆਰਗਨਸ ਨੇ ਰਾਈਟ ਜਿਹੜੇ ਅਸੀਂ ਡਿਸਕਸ ਕਰਦੇ ਹਾਂ ਸਕਿਨ 'ਤੇ ਵੀ ਹੈ ਸਾਡਾ ਆਈ ਵੀ ਹੈ ਈਅਰ ਵੀ ਹੈ ਉਹਨਾਂ 'ਚੋਂ ਇੱਕ ਆਰਗਨ ਹੈ ਸਾਡਾ ਆਈ ਰਾਈਟ ਸੋ ਅਸੀਂ ਡਿਸਕਸ ਕਰਾਂਗੇ ਹਿਊਮਨ ਆਈ ਬਾਰੇ ਇਹਦੀ ਲੋਕੇਸ਼ਨ ਕੀ ਹੈ ਬੇਟਾ ਜਦੋਂ ਤੁਸੀਂ ਆਪਾਂ ਸਾਰੇ ਬੋਨਸ ਪੜ੍ਹੇ ਸੀ ਲੋਕੋਮੋਸ਼ਨ ਐਂਡ ਮੂਵਮੈਂਟ ਚੈਪਟਰ ਦੇ ਵਿੱਚ ਸੋ ਜਦੋਂ ਅਸੀਂ ਸਕਲ ਦੀਆਂ ਬੋਨਸ ਪੜ੍ਹੀਆਂ ਸੀ ਉਹਦੇ ਵਿੱਚ ਇੱਕ ਕੈਵਿਟੀ ਬਣਦੀ ਉਹਦੇ ਵਿੱਚ ਇੱਕ ਔਰਬਿਟ ਬਣਦਾ ਉਹਨੂੰ ਸੌਕੇਟ ਕਹਿੰਦੇ ਆ ਉਸ ਔਰਬਿਟ ਦੇ ਵਿੱਚ ਤੁਹਾਡੀਆਂ ਆਈਜ਼ ਨੇ ਜਸਟ ਲੁੱਕ ਐਟ ਦਾ ਡਾਇਗਰਾਮ ਠੀਕ ਹੈ ਸੋ ਇਹ ਸਾਡੀ ਕ੍ਰੇਨੀਅਮ ਦੀਆਂ ਬੋਨਸ ਨੇ ਇਹ ਸਾਡਾ ਪੂਰਾ ਸਕਲ ਹੈ ਸੋ ਕ੍ਰੇਨੀਅਮ ਦੇ ਬੋਨਸ ਜਿੱਥੇ ਜੁੜਦੀਆਂ ਸਾਰੀਆਂ ਬੋਨਸ ਸਕਲ ਦੀਆਂ ਬੋਨਸ ਆ ਦੇਖੋ ਹੇਅਰ ਇਜ਼ ਦਾ ਔਰਬਿਟ ਇੱਦਾਂ ਇੱਕ ਪਾਸੇ ਇੱਕ ਹੈ ਦੂਜੇ ਪਾਸੇ ਦੂਜਾ ਸੋ ਇਨ ਦੀਜ਼ ਔਰਬਿਟਸ ਆਵਰ ਆਈਜ਼ ਆਰ ਪ੍ਰੈਜ਼ੈਂਟ ਰਾਈਟ ਸੋ ਸਾਈਜ਼ ਜਿਹੜਾ ਸਾਡੀ ਇੱਕ ਆਈ ਦਾ 2.5 ਸੈਂਟੀਮੀਟਰ ਹੈ ਇਨ ਡਾਇਆਮੀਟਰ ਵੇਟ ਇੱਕ ਆਈ ਦਾ 7 ਗ੍ਰਾਮ ਹੈ ਸਾਡੀ ਜਿਹੜੀ ਵਿਜ਼ਨ ਹੁੰਦੀ ਹੈ ਜਿਹੜੀ ਕਿਉਂਕਿ ਅਸੀਂ 3D ਵਿਜ਼ਨ ਦੇਖਦੇ ਹਾਂ ਬਾਇਨੋਕੂਲਰ ਵਿਜ਼ਨ ਹੈ ਵੀ ਯੂਜ਼ ਆਵਰ ਬੋਥ ਆਈਜ਼ ਟੂ ਸੀ ਦ ਆਬਜੈਕਟ ਕਿਉਂਕਿ ਦੋਨੋਂ ਆਈਜ਼ ਨਾਲ ਦੇਖਾਂਗੇ ਤਾਂ ਸਾਨੂੰ ਆਬਜੈਕਟ ਕਲੀਅਰ ਦਿਖਾਈ ਦੇਗੀ ਰਾਈਟ ਉਸ ਤੋਂ ਬਾਅਦ ਸਾਡੀ ਜਿਹੜਾ ਇੱਕ ਇੰਪੋਰਟੈਂਟ ਗੱਲ ਹੈ ਕਿ ਸਾਡੀ ਜਿਹੜੀ ਆਈ ਹੈ ਉਹਨੂੰ ਉਹ ਪ੍ਰੋਟੈਕਸ਼ਨ ਕਿਵੇਂ ਮਿਲਦੀ ਹੈ ਸਾਡੀ ਆਈ ਕਿਵੇਂ ਪ੍ਰੋਟੈਕਟ ਬਿਕੋਜ਼ ਇਟ ਇਜ਼ ਵੈਰੀ ਸੌਫਟ ਔਰਗਨ ਬਹੁਤ ਸੈਂਸਿਟਿਵ ਔਰਗਨ ਹੈ ਸੋ ਤੁਹਾਡੀ ਆਈ ਨੂੰ ਪ੍ਰੋਟੈਕਸ਼ਨ ਕਿਹੜੇ ਕਿਹੜੇ ਪਾਰਟਸ ਦਿੰਦੇ ਨੇ ਸਭ ਤੋਂ ਪਹਿਲੀ ਗੱਲ ਸਟੂਡੈਂਟਸ ਤੁਹਾਡੇ ਆਈਬਰੋਜ਼ ਸੋ ਸਪੋਜ਼ ਦਿਸ ਇਜ਼ ਆਈ ਸਾਨੂੰ ਨੋਰਮਲੀ ਆਈ ਇੱਦਾਂ ਦਿਖਾਈ ਦਿੰਦੀ ਹੈ ਉੱਪਰ ਆਈਬਰੋਜ਼ ਨੇ ਸੋ ਆਈਬਰੋਜ਼ ਸਾਡੀ ਆਈ ਨੂੰ ਪ੍ਰੋਟੈਕਟ ਕਰਦੇ ਨੇ ਡਸਟ ਤੋਂ ਮਾਈਕਰੋ ਆਰਗੈਨਿਜ਼ਮ ਟੂ ਸਮ ਐਕਸਟੈਂਟ ਬਹੁਤ ਜ਼ਿਆਦਾ ਨਹੀਂ ਲੇਕਿਨ ਕਰਦੇ ਆ ਹਾਂ ਕਈ ਐਨੀਮਲਸ ਦੇ ਵਿੱਚ ਆਈਬਰੋਜ਼ ਇੰਨੇ ਲੰਬੇ ਹੁੰਦੇ ਨੇ ਕਿ ਉਹਨਾਂ ਨੇ ਆਈ ਨੂੰ ਕਵਰ ਕੀਤਾ ਹੁੰਦਾ ਉਹ ਕਾਫੀ ਪ੍ਰੋਟੈਕਸ਼ਨ ਦਿੰਦੇ ਨੇ ਆਈ ਨੂੰ ਸਾਡੇ ਕੇਸ ਦੇ ਵਿੱਚ ਹਿਊਮਨ ਦੇ ਕੇਸ ਦੇ ਵਿੱਚ ਇਟ ਇਜ਼ ਗਿਵਿੰਗ ਪ੍ਰੋਟੈਕਸ਼ਨ ਟੂ ਸਮ ਐਕਸਟੈਂਟ ਆਈਬਰੋਜ਼ ਹੋਰ ਕਿਹੜੀ ਚੀਜ਼ ਹੈ ਜਿਹੜੀ ਤੁਹਾਡੀ ਅੱਖ ਨੂੰ ਪ੍ਰੋਟੈਕਟ ਕਰਦੀ ਹੈ ਆਈ ਲੈਸ਼ਿਜ਼ ਹੁੰਦੇ ਆ ਤੁਹਾਡੇ ਜਿਹੜੀ ਦੋ ਆਈਲਿਡ ਹੁੰਦੇ ਨੇ ਉਹਦੇ ਉੱਪਰ ਅਤੇ ਨੀਚੇ ਜਿਹੜੇ ਹੇਅਰ ਲੱਗੇ ਹੁੰਦੇ ਆਈ ਲੈਸ਼ਿਜ਼ ਉਹ ਵੀ ਤੁਹਾਡੀ ਆਈ ਨੂੰ ਡਸਟ ਤੋਂ ਮਾਈਕਰੋ ਆਰਗੈਨਿਜ਼ਮ ਤੋਂ ਪ੍ਰੋਟੈਕਟ ਕਰਦੇ ਨੇ ਦੈਨ ਉਸ ਤੋਂ ਬਾਅਦ ਬੇਟਾ ਤੁਹਾਡੀ ਆਈ ਦੇ ਜਿਹੜੇ ਆਈਲਿਡਸ ਦੇ ਜਿਹੜੇ ਹੇਅਰ ਨੇ ਆਈ ਲੈਸ਼ਿਜ਼ ਨੇ ਉਹ ਜਿੱਥੇ ਪ੍ਰੈਜ਼ੈਂਟ ਹੁੰਦੇ ਨੇ ਜਿਹੜੀ ਉਹਨਾਂ ਦੀ ਜਿੱਥੇ ਉਹ ਪੈਨੀਟਰੇਟ ਹੋਏ ਹੁੰਦੇ ਨੇ ਤੁਹਾਡੇ ਆਈ ਲੈਸ਼ਿਜ਼ ਉਹਦੇ ਜਿਹੜੇ ਨੀਚੇ ਹੇਅਰ ਫੋਲੀਕਲ ਹੈ ਨਾ ਜਿਹੜਾ ਉਹਦਾ ਤੁਹਾਡੇ ਆਈ ਲੈਸ਼ਿਜ਼ ਦੇ ਜਿਹੜੇ ਹੇਅਰ ਹੈ ਉਹਦਾ ਜਿਹੜਾ ਫੋਲੀਕਲ ਉਹਦੇ ਨੀਚੇ ਜਿੱਥੇ ਉਹ ਜੁਆਇਨ ਹੁੰਦੇ ਆ ਉੱਥੇ ਇੱਕ ਗਲੈਂਡ ਹੁੰਦੀ ਹੈ ਬੇਟਾ ਦੈਟ ਇਜ਼ ਮੈਬੋਮੀਅਨ ਗਲੈਂਡ ਜਿਹੜੀ ਮੈਬੋਮੀਅਨ ਗਲੈਂਡ ਹੈ ਇਟ ਇਜ਼ ਅ ਟਾਈਪ ਆਫ ਆਇਲ ਗਲੈਂਡ ਇਟ ਸਿਕਰੀਟਸ ਆਇਲ ਸੇ ਆ ਤੁਹਾਡੇ ਹੇਅਰ ਨੇ ਹੇਅਰ ਫੋਲੀਕਲ ਨੇ ਇੱਥੇ ਦੇ ਬੇਸ 'ਤੇ ਜਿੱਥੇ ਐਮਬੈਡਡ ਹੋਏ ਨੇ ਇਹਦੇ ਬੇਸ 'ਤੇ ਦੀਜ਼ ਮੈਬੋਮੀਅਨ ਗਲੈਂਡਸ ਆਰ ਪ੍ਰੈਜ਼ੈਂਟ ਐਂਡ ਦੀਜ਼ ਆਰ ਦ ਆਇਲ ਗਲੈਂਡ ਦੇ ਸਿਕਰੀਟ ਆਇਲ ਜਿਹੜੇ ਤੁਹਾਡੀ ਆਈ ਨੂੰ ਪ੍ਰੋਟੈਕਟ ਕਰਦੇ ਨੇ ਫਰੋਮ ਡਸਟ ਪਾਰਟੀਕਲਸ ਐਂਡ ਮਾਈਕਰੋ ਆਰਗੈਨਿਜ਼ਮਸ ਰਾਈਟ ਦੈਨ ਜਿਹੜੀ ਤੁਹਾਡੀ ਆਈਲਿਡਸ ਨੇ ਸੀ ਇਹ ਮੈਂ ਤੁਹਾਨੂੰ ਰੈੱਡ ਪੈਨ ਦੇ ਨਾਲ ਆਈਲਿਡਸ ਬਣਾ ਕੇ ਦਿਖਾਉਂਦੀ ਹਾਂ ਸੋ ਆਈ ਦੇ ਉੱਪਰ 2 ਆਈਲਿਡਸ ਨੇ ਵੈਸੇ ਬੇਸਿਕਲੀ ਤੁਹਾਡੀ ਆਈ 'ਚ ਸਟੂਡੈਂਟਸ 3 ਆਈਲਿਡਸ ਹੁੰਦੇ ਨੇ 2 ਦੇ ਆਰ ਫੰਕਸ਼ਨਲ ਐਂਡ ਇੱਕ ਆਈਲਿਡ ਜਿਹੜੀ ਹੈ ਉਹ ਰਿਡਿਊਸ ਹੋਈ ਹੁੰਦੀ ਹੈ ਸੋ 2 ਆਈਲਿਡਸ ਦੇ ਉੱਪਰ ਹੇਅਰਸ ਲੱਗੇ ਹੁੰਦੇ ਨੇ ਜਿਹਨੂੰ ਅਸੀਂ ਆਈ ਲੈਸ਼ਿਜ਼ ਕਹਿੰਦੇ ਹਾਂ ਤੀਸਰੀ ਜਿਹੜੀ ਸਟੂਡੈਂਟ ਸਾਡੇ ਕੋਲ ਆਈ ਲਿਡ ਹੈ ਉਹ ਰਿਡਿਊਸ ਹੋਈ ਹੈ ਐਂਡ ਇਟ ਇਜ਼ ਪ੍ਰੈਜ਼ੈਂਟ ਹੇਅਰ ਇਟ ਇਜ਼ ਕਾਲਡ ਐਜ਼ ਨਿਕਟੀਟੇਟਿੰਗ ਮੈਮਬ੍ਰੇਨ ਨਿਕਟੀਟੇਟਿੰਗ ਰਾਈਟ ਦਿਸ ਨਿਕਟੀਟੇਟਿੰਗ ਮੈਮਬ੍ਰੇਨ ਇਜ਼ ਆਲਸੋ ਵਨ ਆਫ ਦਾ ਔਰਗਨ ਜਿਹੜੇ ਤੁਹਾਡੀ ਆਈ ਨੂੰ ਪ੍ਰੋਟੈਕਟ ਕਰਦੇ ਆ ਰਾਈਟ ਸੋ ਠੀਕ ਹੈ ਨੈਕਸਟ ਸਾਡੇ ਕੋਲ ਆ ਗਏ ਲੈਕਰਾਈਮਲ ਗਲੈਂਡਸ ਔਰ ਆਲਸੋ ਕਾਲਡ ਐਜ਼ ਟੀਅਰ ਗਲੈਂਡ ਇਹ ਤੁਹਾਡੀ ਆਈ ਦੇ ਸਮਵੇਅਰ ਹੇਅਰ ਆਊਟਸਾਈਡ ਆਫ ਦਾ ਆਈ ਆਫ ਐਨ ਆਈ ਪ੍ਰੈਜ਼ੈਂਟ ਹੈ on both sides on both the eyes ਇੱਥੇ present these are called as lacrimal gland ਤੇ gland ਦੇ ਨੀਚੇ students ducts ਲੱਗੀਆਂ ਹੁੰਦੀਆਂ which are called as lacrimal duct tear gland ਜਿਹਨੂੰ ਕਹਿੰਦੇ ਆ ਇਹ ਆਪਣੀ secretion secrete ਕਰਦੀ ਹੈ ਉਹਦੇ ਮੇਜਰ 2 ਫੰਕਸ਼ਨ ਨੇ ਨੰਬਰ 1
tear contains lysozyme which has bactericidal effect, means bacteria ਨੂੰ kill ਕਰਦੇ ਆ, and they also provide nourishment to the cornea. What is cornea? ਅਸੀਂ ਹੁਣ structure of eye ਦੇ ਵਿੱਚ cornea discuss ਕਰਾਂਗੇ, right? ਸੋ ਇਹ ਸੀਗਾ ਕਿ ਤੁਹਾਡੀ ਆਈ ਨੂੰ ਪ੍ਰੋਟੈਕਟ ਕਿਹੜੇ ਕਿਹੜੇ ਪਾਰਟ ਕਰਦੇ ਨੇ, ਆਈਬ੍ਰੋਸ, ਆਈਲੈਸ਼ਿਸ, meibomian glands, oil gland, then eyelids, 3 eyelid, 2 are functional, 1 is reduced called as nictitating membrane, then lacrimal glands or tear glands, right? Now we are going to discuss the structure of an human eye. बहुत इंपॉर्टेंट है साढ़े कोल, ਅਸੀਂ NCERT ਦੀ ਬੁੱਕ 'ਤੇ ਇਹਦਾ ਡਾਇਗਰਾਮ ਦੇਖਾਂਗੇ ਔਰ ਡਿਟੇਲ ਦੇ ਵਿੱਚ ਦੇਖਾਂਗੇ ਕਿ ਆਈ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ, ਰਾਈਟ? ਸੋ ਮੈਂ NCERT ਦੀ ਡਾਇਗਰਾਮ ਤੁਹਾਨੂੰ ਸ਼ੋਅ ਕਰਨ ਜਾ ਰਹੀ ਹਾਂ। ਬੇਸਿਕਲੀ ਆਈ ਦੇ ਵਿੱਚ 3 ਲੇਅਰਸ ਹੁੰਦੀਆਂ ਨੇ ਮੇਨਲੀ, ਇਟ ਇਜ਼ ਮੇਡ ਅਪ ਆਫ 3 ਲੇਅਰਸ। outermost layer which is fibrous coat. Why it is called as fibrous coat? Because a lot of collagen fibers ਦੇ ਬਣੇ ਹੁੰਦੇ। collagen fibers ਜਿੱਥੇ ਵੀ ਆ ਗਏ ਬੇਟਾ ਉੱਥੇ ਇੱਕ ਗੱਲ ਮਾਈਂਡ 'ਚ ਰੱਖਿਓ, ਸਟਰੈਂਥ। ਇਹ ਕਿਸੇ ਵੀ ਚੀਜ਼ ਨੂੰ ਕੀ ਦਿੰਦੇ ਆ? ਸਟਰੈਂਥ, ਰਾਈਟ? ਸੈਕਿੰਡ ਕੋਟ ਆ ਗਈ ਵੈਸਕੂਲਰ ਕੋਟ, ਫਿਰ ਅਸੀਂ ਉਹਦੀ ਡਿਟੇਲਿੰਗ ਪੜਾਂਗੇ। ਐਂਡ ਥਰਡ ਵਨ ਇਜ਼ ਰੈਟੀਨਾ। ਉਸ ਤੋਂ ਬਾਅਦ ਕੁਛ ਹੋਰ ਔਰਗਨਸ ਆਪਾਂ ਇਹਦੇ ਆਈ ਦੇ ਪਾਰਟ ਪੜ੍ਹਨੇ ਨੇ। ਪਹਿਲਾਂ ਤਾਂ ਉਹਦੀਆਂ 3 ਲੇਅਰਸ ਦਾ ਜ਼ਿਕਰ ਕਰੀਏ, ਆਊਟਰ ਮੋਸਟ ਤੋਂ ਸਟਾਰਟ ਕਰਕੇ ਆਪਾਂ ਕੀ ਕਰਾਂਗੇ, ਆਪਾਂ ਡਾਇਗਰਾਮ ਦੇਖਾਂਗੇ, ਥਿੰਗਸ ਵਿਲ ਬੀ ਮੋਰ ਕਲੀਅਰ। ਸੋ ਨਾਲ ਦੇ ਨਾਲ ਮੈਂ ਉਹਨਾਂ ਦੇ ਨੇਮ ਦੱਸੀ ਜਾਊਂਗੀ, ਰਾਈਟ? ਸੋ ਲੈਟ ਅਸ ਸੀ ਦ ਡਾਇਗਰਾਮ ਵਿਚ ਇਜ਼ ਪ੍ਰੈਜ਼ੈਂਟ ਔਨ ਯੂਰ, ਵਿਚ ਇਜ਼ ਦੇਅਰ ਔਨ ਯੂਰ NCERT ਬੁੱਕ, ਰਾਈਟ? ਸੋ ਮੈਂ ਥੋੜ੍ਹਾ ਜਿਹਾ ਇਹਨੂੰ ਜ਼ੂਮ ਕਰਦੀ ਹਾਂ, ਸੀ ਮੈਗਨੀਫਾਈ ਕਰਤਾ। ਦੇਖੋ ਸਟੂਡੈਂਟਸ, ਸਭ ਤੋਂ ਪਹਿਲਾਂ ਇਫ ਵੀ ਟਾਕ ਅਬਾਊਟ ਆਊਟਰ ਲੇਅਰ, ਆਊਟਰ ਮੋਸਟ, ਜਿਹਨੂੰ ਮੈਂ ਫਾਈਬਰਸ ਕੋਟ ਕਿਹਾ ਸੀ, ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਦਿਸ ਲੇਅਰ ਸੀ ਬਿਲਕੁਲ ਲਾਈਟ ਕਲਰ ਨਾਲ ਡਰਾ ਹੋਈ ਹੈ, ਦਿਸ ਇਜ਼ ਸਕਲੈਰਾ। ਤੁਹਾਡੀ ਆਈ ਦਾ 5/6 ਪਾਰਟ, 5/6ਵਾਂ ਹਿੱਸਾ, ਇਹ ਪੂਰਾ ਪਾਰਟ 5/6 ਆਊਟਰ ਵਾਲਾ, ਸਿਰਫ ਆਊਟਰ ਵਾਲੇ ਦੀ ਗੱਲ ਕਰ ਰਹੀ ਹਾਂ। ਆਊਟਰ ਮੋਸਟ ਲੇਅਰ ਜਿਹੜੀ ਹੈ ਫਾਈਬਰਸ ਕੋਟ ਜਿਹੜਾ, ਦਿਸ ਇਜ਼ ਕਾਲਡ ਐਸ ਸਕਲੈਰਾ। 5/6 ਪਾਰਟ ਆਫ ਯੂਰ ਆਈ ਇਜ਼ ਕਵਰਡ ਬਾय ਸਕਲੈਰਾ। ਆਊਟਰ ਮੋਸਟ ਕਵਰਿੰਗ ਨੂੰ ਅਸੀਂ ਕੀ ਬੋਲਦੇ ਹਾਂ? ਸਕਲੈਰਾ। ਸਕਲੈਰਾ ਕਿਉਂਕਿ ਇਹ 5/6 ਪਾਰਟ ਆਫ ਯੂਰ ਆਈ ਨੂੰ ਕਵਰ ਕੀਤਾ ਹੋਇਆ, ਤੁਹਾਨੂੰ ਜਿਹੜੀ ਪਾਰਟ ਦਿਖਾਈ ਦਿੰਦਾ ਤੁਹਾਡੀ ਆਈ ਦਾ ਸਭ ਤੋਂ ਜ਼ਿਆਦਾ, ਤੁਹਾਡੀ ਅੱਖ ਦਾ ਜੇ ਤੁਸੀਂ ਬਾਹਰੋਂ ਦੇਖੋ ਤਾਂ ਕਿਹੜਾ ਪਾਰਟ ਦਿਖਾਈ ਦਿੰਦਾ? ਉਹ ਪਾਰਟ ਹੈ ਵਾਈਟ ਕਲਰ ਦਾ ਪਾਰਟ ਵਿਚ ਇਜ਼ ਸਕਲੈਰਾ, ਰਾਈਟ? ਇਹ ਸਾਈਡ ਵਿਊ ਹੈ। ਫਰੰਟ ਤੋਂ ਜਦੋਂ ਤੁਸੀਂ ਦੇਖਦੇ ਹੋ, ਫਰੰਟ ਵਿਊ ਜਦੋਂ ਤੁਸੀਂ ਇਹ ਫਰੰਟ ਵਿਊ ਇੱਧਰੋਂ ਦੀ, ਪਰ ਆਪਾਂ ਸਾਈਡ ਵਿਊ ਦੇਖਦੇ ਹਾਂ, ਤਾਂ ਜਦੋਂ ਅਸੀਂ ਫਰੰਟ ਤੋਂ ਦੇਖਦੇ ਹਾਂ ਵਾਈਟ ਸਭ ਤੋਂ ਜ਼ਿਆਦਾ ਪਾਰਟ ਦਿਖਾਈ ਦਿੰਦਾ, ਦੈਟ ਇਜ਼ ਸਕਲੈਰਾ, ਰਾਈਟ? ਐਂਡ ਇਟ ਇਜ਼ ਮੇਡ ਅਪ ਆਫ ਡੈਂਸ ਕਨੈਕਟਿਵ ਟਿਸ਼ੂ। ਕਿਹੜੇ ਟਿਸ਼ੂ ਨਾਲ ਬਣਿਆ? ਡੈਂਸ ਕਨੈਕਟਿਵ ਟਿਸ਼ੂ, ਰਾਈਟ? ਸੋ ਸਕਲੈਰਾ ਪ੍ਰੈਜ਼ੈਂਟ ਹੋਗੀ ਸਭ ਤੋਂ ਬਾਹਰਲੀ ਲੇਅਰ, 5/6 ਪਾਰਟ, ਤੇ 1/6 ਪਾਰਟ ਉਹ ਜਿਹੜਾ ਸਕਲੈਰਾ ਹੈ ਉਹ ਅੱਗੇ ਵੱਲ ਨੂੰ ਵਧਿਆ ਹੋਇਆ ਹੈ, ਲਾਈਕ ਦਿਸ। ਸੋ 1/6 ਪਾਰਟ ਅੱਖ ਦਾ ਜਿਹੜਾ ਕਵਰਡ ਹੈ ਦਿਸ ਬਾਏ ਕੋਰਨੀਆ। ਸਕਲੈਰਾ ਦੀ ਹੀ ਐਕਸਟੈਂਸ਼ਨ ਹੈ ਬੇਟਾ। ਸਪੋਜ਼ ਮੈਂ ਕਹਿੰਦੀ ਹਾਂ, ਦੇਖੋ ਸਪੋਜ਼ ਆਪਾਂ ਕਹਿੰਦੇ ਹਾਂ, ਆਪਾਂ ਇੱਕ ਸਰਕਲ ਡਰਾ ਕਰਦੇ ਹਾਂ, ਰਾਈਟ? ਦਿਸ ਇਜ਼ ਕੰਪਲੀਟ ਸਰਕਲ। ਇੰਨਾ ਪਾਰਟ 5/6 ਪਾਰਟ ਸਕਲੈਰਾ, ਉਹਦੀ ਹੀ ਐਕਸਟੈਂਸ਼ਨ ਹੈ ਅੱਗੇ ਕੋਰਨੀਆ। ਤੇ ਥੋੜ੍ਹਾ ਜਿਹਾ ਇਹ ਅੱਗੋਂ ਤੁਸੀਂ ਦੇਖੋ ਬਲਜ ਆਊਟ ਹੋਇਆ ਹੋਇਆ, ਪਲੇਨ ਨਹੀਂ ਹੈ, ਬਿਲਕੁਲ ਸਰਕੂਲਰ ਨਹੀਂ ਹੈ, ਤੁਸੀਂ ਦੇਖੋ ਅੱਗੇ ਵੱਲ ਨੂੰ ਬਲਜ ਆਊਟ ਹੋਇਆ ਹੋਇਆ, ਦੈਟ ਇਜ਼ ਕੋਰਨੀਆ, ਰਾਈਟ? ਕੋਰਨੀਆ ਟਰਾਂਸਪੈਰੈਂਟ ਹੁੰਦਾ ਹੈ, ਔਰ ਇਹਦੇ ਬਾਰੇ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਇੱਥੇ ਦੱਸੂਗੀ। ਇੱਕ ਤਾਂ ਕੋਰਨੀਆ ਟਰਾਂਸਪੈਰੈਂਟ ਹੈ, ਨੰਬਰ 2 ਕੋਰਨੀਆ ਇਜ਼ ਏਵੈਸਕੂਲਰ। ਕੋਰਨੀਆ ਇਜ਼ ਏਵੈਸਕੂਲਰ, ਦੈਟ ਮੀਨਸ ਇਹਦੇ ਵਿੱਚ ਕੋਈ ਵੀ ਬਲੱਡ ਸਪਲਾਈ ਨਹੀਂ ਦਿੱਤੀ ਗਈ, ਜਾਂ ਇਹਦੇ ਵਿੱਚ ਕੋਈ ਵੀ ਬਲੱਡ ਸਪਲਾਈ ਨਹੀਂ ਹੈ, ਕੋਈ ਵੀ ਬਲੱਡ ਵੈਸਲ ਬਲੱਡ ਦੀ ਸਪਲਾਈ ਨਹੀਂ ਦੇ ਰਹੀ। ਸੋ ਇਹ ਫਿਰ ਕੋਰਨੀਆ ਕਿੱਥੋਂ ਲੈਂਦਾ ਹੈ ਆਪਣਾ ਆਕਸੀਜਨ? ਜੇ ਇਹ ਵੈਸਕੂਲਰ ਹੈ, ਬਲੱਡ ਸਪਲਾਈ ਨਹੀਂ, ਤਾਂ ਆਕਸੀਜਨ ਕਿੱਥੋਂ ਲਏਗਾ? ਤਾਂ ਇਹ ਬਹੁਤ ਹੀ ਔਡ ਗੱਲ ਹੈ, ਬਟ ਯੈਸ, ਇਹ ਡਾਇਰੈਕਟਲੀ ਆਕਸੀਜਨ ਲੈਂਦਾ ਹੈ ਫਰੋਮ ਏਅਰ। ਇਟ ਡਾਇਰੈਕਟਲੀ ਗੈਟਸ ਆਕਸੀਜਨ ਫਰੋਮ ਏਅਰ, ਹਵਾ 'ਚੋਂ ਲੈਂਦਾ ਹੈ, ਕਿਉਂਕਿ ਬਾਹਰਲਾ ਪਾਰਟ ਹੈ, ਹਵਾ ਦੇ ਨਾਲ ਕੰਟੈਕਟ 'ਚ ਹੈ, ਉੱਥੋਂ ਹੀ ਕਰ ਲੈਂਦਾ, ਆਕਸੀਜਨ ਲੈ ਲੈਂਦਾ, ਠੀਕ ਹੈ? ਸੋ ਆਪਾਂ ਸਭ ਤੋਂ ਆਊਟਰ ਮੋਸਟ ਲੇਅਰ ਕੀਤੀ, ਆਪਾਂ ਫਾਈਬਰਸ ਕੋਟ ਪੜ੍ਹ ਰਹੇ ਹਾਂ। ਸਭ ਤੋਂ ਪਹਿਲਾ ਕੋਟ, ਆਊਟਰ ਮੋਸਟ ਕੋਟ ਆਫ ਯੂਰ ਆਈ, ਸਭ ਤੋਂ
ਬਾਹਰ ਵਾਲਾ ਕੋਟ ਜਿਹਦਾ 5/6 ਪਾਰਟ ਨੂੰ 5/6 ਪਾਰਟ ਨੂੰ ਅਸੀਂ ਬੋਲਦੇ ਹਾਂ ਸਕਲੈਰਾ, ਐਂਡ ਸਕਲੈਰਾ ਅੱਗੇ ਵੱਲ ਨੂੰ ਐਕਸਟੈਂਡ ਹੋਇਆ ਹੋਇਆ ਕੋਰਨੀਆ। ਕੋਰਨੀਆ ਟਰਾਂਸਪੈਰੈਂਟ ਹੈ, ਇसी ਕਰਕੇ ਕੋਰਨੀਆ ਤੁਹਾਨੂੰ ਦਿਖਾਈ ਨਹੀਂ ਦਿੰਦਾ। ਫਿਰ ਤੁਸੀਂ ਕਹੋਗੇ ਮੈਮ ਵਾਈਟ ਜਿਹੜਾ ਪਾਰਟ ਦਿਖਦਾ ਉਹ ਤਾਂ ਠੀਕ ਹੈ, ਫਿਰ ਕਲਰਡ ਪਾਰਟ ਕਿਹੜਾ ਆਪਾਂ ਹੁਣੇ ਡਿਸਕਸ ਕਰਾਂਗੇ। ਜਿਹੜਾ ਕੋਰਨੀਆ ਹੈ ਇਟ ਇਜ਼ ਟਰਾਂਸਪੈਰੈਂਟ ਏ ਵੈਸਕੂਲਰ, ਇਹ ਤੁਹਾਨੂੰ ਨਹੀਂ ਦਿਖਾਈ ਦਿੰਦਾ, ਠੀਕ ਹੈ ਜੀ। ਇਹ ਹੋ ਗਈ ਸਭ ਤੋਂ ਆਊਟਰ ਮੋਸਟ ਕੋਟ ਦੈਟ ਇਜ਼ ਫਾਈਬਰਸ ਕੋਟ। ਉਸ ਤੋਂ ਅੰਦਰ ਵਾਲੀ ਕੋਟ ਤੇ ਚੱਲਦੇ ਹਾਂ ਦੈਟ ਇਜ਼ ਵੈਸਕੂਲਰ ਕੋਟ। ਇਹ ਦੇਖੋ ਅਗਰ ਤੁਸੀਂ ਧਿਆਨ ਨਾਲ ਦੇਖੋ, ਇੱਕ ਤਾਂ ਮੈਂ ਲਾਈਨ ਲਗਾਤੀ, ਮੈਂ ਥੋੜ੍ਹਾ ਜਿਹਾ ਇਹਨੂੰ ਡਾਰਕ ਕਰ ਦਿੰਦੀ ਹਾਂ ਸਕਲੈਰਾ, ਠੀਕ ਹੈ। ਮੈਂ ਸਕਲੈਰਾ ਨੂੰ ਥੋੜ੍ਹਾ ਜਿਹਾ ਡਾਰਕ ਕਰਤਾ। ਹੁਣ ਜੇ ਤੁਸੀਂ ਇਹਦੇ ਅੰਦਰ ਦੇਖੋ ਤਾਂ ਦਿਸ ਲੇਅਰ, ਮੈਂ ਤੇ ਪੈਨ ਰੱਖਦੀ ਹਾਂ, ਇਸ ਤੋਂ ਅੰਦਰ ਵਾਲੀ ਔਰੇਂਜ ਤੋਂ ਪਿੱਛੇ ਵਾਲੀ ਦਿਸ ਲੇਅਰ। ਸੈਕਿੰਡ ਲੇਅਰ ਇਹ ਹੈ ਵੈਸਕੂਲਰ ਕੋਟ। ਬੈਕ ਸਾਈਡ ਤੋਂ ਸਟਾਰਟ ਕਰਦੇ ਹਾਂ। ਇਹ ਮੈਂਬਰੇਨ ਹੈ ਕੋਰੋਇਡ ਮੈਂਬਰੇਨ। ਸਕਲੈਰਾ ਦੇ ਅੰਦਰ ਕਿਹੜੀ ਮੈਂਬਰੇਨ ਪ੍ਰੈਜ਼ੈਂਟ ਹੈ, ਉਹਨੂੰ ਕੱਲਾ ਕੋਰੋਇਡ ਵੀ ਕਹਿੰਦੇ, ਕੋਰੋਇਡ ਮੈਂਬਰੇਨ ਵੀ ਕਹਿ ਸਕਦੇ ਹਾਂ। ਨੈਕਸਟ ਮਿਡਲ ਵਾਲਾ ਜਿਹੜਾ ਕੋਟ ਹੈ ਵੈਸਕੂਲਰ ਕੋਟ ਹੈ। ਜਿਹੜਾ ਕੋਰੋਇਡ ਹੈ ਇਟ ਇਜ਼ ਸਮਵਟ ਬਲੂਇਸ਼ ਇਨ ਕਲਰ ਡਿਊ ਟੂ ਦ ਪ੍ਰੈਜ਼ੈਂਸ ਆਫ ਮੈਲੇਨਿਨ ਪਿਗਮੈਂਟ। ਕਿਹੜੀ ਪਿਗਮੈਂਟ ਹੈ, ਮੈਲੇਨਿਨ, ਉਹਦੇ ਕਰਕੇ ਸਮਵਟ ਬਲੂਇਸ਼ ਦਿਖਾਈ ਦਿੰਦਾ ਹੈ। ਓਕੇ, ਉਸ ਤੋਂ ਬਾਅਦ ਇਹ ਜਿਹੜਾ ਪਾਰਟ ਹੈ ਇਹਨੇ ਤੁਹਾਡੀ ਆਈ ਦਾ 2/3 ਪਾਰਟ ਕਵਰ ਕੀਤਾ ਹੈ। ਆਈ ਐਮ ਟਾਕਿੰਗ ਅਬਾਊਟ ਦਿਸ ਕੋਰੋਇਡ, ਠੀਕ ਹੈ ਜੀ। ਅੱਗੇ ਵੱਲ ਨੂੰ ਚੱਲਦੇ ਹਾਂ। ਅੱਗੇ ਜਾ ਕੇ ਜਿੱਥੇ ਕੋਰੋਇਡ ਫਿਨਿਸ਼ ਹੁੰਦਾ ਹੈ ਉਹਦੀ ਐਕਸਟੈਂਸ਼ਨ, ਉਹਦੀ ਹੀ ਐਕਸਟੈਂਸ਼ਨ ਹੈ that body is called as ciliary body। ciliary body, this is ciliary body, ठीक है। जिथे कोरोइड फिनिश ਹੁੰਦਾ ਹੈ ਸੈਕਿੰਡ ਵਾਲੀ ਲੇਅਰ, ਮਿਡਲ ਵਾਲੀ ਲੇਅਰ, ਉੱਥੇ ਕੀ ਸਟਾਰਟ ਹੋ ਜਾਂਦਾ ਹੈ, ਸੀਲੀਅਰੀ ਬੋਡੀ। ਤੇ ਸੀਲੀਅਰੀ ਬੋਡੀ ਜਿੱਥੇ ਖਤਮ ਹੁੰਦੀ ਹੈ ਤੁਸੀਂ ਅੱਗੇ ਦੇਖੋ ਦਿਸ ਪਾਰਟ ਬੋਥ ਸਾਈਡਸ, ਦਿਸ ਇਜ਼ ਕਾਲਡ ਐਜ਼ ਆਈਰਿਸ। ਦਿਸ ਇਜ਼ ਕਾਲਡ ਐਜ਼ ਆਈਰਿਸ, ਤੁਹਾਡੀ ਆਈ ਦਾ ਕਲਰਡ ਪਾਰਟ। ਕਿਸੇ ਦਾ ਬਲੈਕ ਹੋ ਸਕਦਾ ਹੈ, ਕਿਸੇ ਦਾ ਬਰਾਊਨ ਹੋ ਸਕਦਾ ਹੈ, ਕਿਸੇ ਦਾ ਗ੍ਰੀਨ, ਇਟ ਡਿਪੈਂਡਸ ਅਪੋਨ ਦਾ ਅਮਾਊਂਟ ਆਫ ਪਿਗਮੈਂਟ ਮੈਲੇਨਿਨ। ਅਗਰ ਕਿਸੇ 'ਚ ਮੈਲੇਨਿਨ ਪਿਗਮੈਂਟ ਬਹੁਤ ਜ਼ਿਆਦਾ ਹੈ ਤਾਂ ਉਹਦੀ ਆਈ ਕਲਰ ਬਲੈਕ ਤੇ ਬਰਾਊਨ ਹੋ ਸਕਦਾ ਹੈ, ਜੇ ਘੱਟ ਹੈ ਤਾਂ ਬਲੂ ਹੋ ਸਕਦਾ, ਹੋਰ ਘੱਟ ਹੈ ਤਾਂ ਗ੍ਰੀਨ ਹੋ ਸਕਦਾ, ਡਿਪੈਂਡਸ ਔਨ ਦਾ ਅਮਾਊਂਟ ਆਫ ਮੈਲੇਨਿਨ ਪਿਗਮੈਂਟ। ਸੋ ਦਿਸ ਇਜ਼ ਆਇਰਿਸ। ਮੈਂ ਰਿਪੀਟ ਕਰਦੀ ਹਾਂ, ਬਾਹਰ ਵਾਲੀ ਲੇਅਰ ਫਾਈਬਰਸ ਕੋਟ, ਉਸ ਤੋਂ ਅੰਦਰ ਵਾਲੀ ਵੈਸਕੂਲਰ ਕੋਟ। ਪਿੱਛੋਂ ਦੀ ਦੇਖੋ 2/3 ਪਾਰਟ ਇਜ਼ ਕਵਰਡ ਬਾਈ ਕੋਰੋਇਡ। ਕੋਰੋਇਡ ਤੋਂ ਬਾਅਦ ਸੀਲੀਅਰੀ ਬੋਡੀ, ਸੀਲੀਅਰੀ ਬੋਡੀ ਤੋਂ ਬਾਅਦ ਦਿਸ ਇਜ਼ ਵਾਟ, ਦਿਸ ਇਜ਼ ਆਇਰਿਸ, ਕਲਰਡ ਪਾਰਟ। ਸੋ ਜੋ ਤੁਹਾਨੂੰ ਬਾਹਰੋਂ ਦਿਖਾਈ ਦਿੰਦਾ, ਜੇ ਤੁਸੀਂ ਫਰੰਟ ਤੋਂ ਦੇਖਦੇ ਹੋ ਤਾਂ ਤੁਹਾਨੂੰ ਆਇਰਿਸ ਦਿਖਾਈ ਦਿੰਦਾ। ਆਇਰਿਸ ਦੇ ਉੱਪਰ ਇੱਕ ਟਰਾਂਸਪੇਰੈਂਟ ਕਵਰਿੰਗ ਹੈ, ਆਊਟਰ ਮੋਸਟ ਕੋਰਨੀਆ ਟਰਾਂਸਪੇਰੈਂਟ ਹੈ, ਇਸ ਕਰਕੇ ਤੁਹਾਨੂੰ ਦਿਖਾਈ ਨਹੀਂ ਦਿੰਦਾ। ਵੈਸੇ ਸਭ ਤੋਂ ਬਾਹਰ ਕੋਰਨੀਆ ਹੈ, ਉਸ ਤੋਂ ਅੰਦਰ ਆਇਰਿਸ ਹੈ। ਆਇਰਿਸ ਕਲਰਡ ਪਾਰਟ ਆਫ ਯੋਰ ਆਈ ਹੈ ਜਿਹੜਾ ਸਾਨੂੰ ਦਿਖਾਈ ਦਿੰਦਾ, ਠੀਕ ਹੈ ਜੀ। ਓਪੇਕ ਹੈ ਵੈਸੇ ਆਇਰਿਸ ਇਜ਼ ਓਪੇਕ ਐਂਡ ਕਲਰਡ ਪਾਰਟ ਆਫ ਯੋਰ ਆਈ, ਰਾਈਟ। ਉਸ ਤੋਂ ਬਾਅਦ ਜਿੱਥੇ ਆਇਰਿਸ ਫਿਨਿਸ਼ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਛੇਦ ਹੈ, ਹੋਲ ਹੈ, ਦਿਸ ਇਜ਼ ਕਾਲਡ ਐਸ ਪਿਊਪਿਲ। ਔਰ ਪਿਊਪਿਲ ਜਿਹੜਾ ਹੈ ਉਹਦਾ ਜਿਹੜਾ ਉਹ ਡਾਇਲੇਟ ਵੀ ਹੋ ਸਕਦਾ ਹੈ, ਉਹ ਕੰਸਟ੍ਰਿਕਟ ਵੀ ਹੋ ਸਕਦਾ ਹੈ, ਮੀਨਸ ਉਹਦਾ ਡਾਇਆਮੀਟਰ ਵੱਧ ਵੀ ਸਕਦਾ ਹੈ, ਘੱਟ ਵੀ ਸਕਦਾ ਹੈ। ਕਿਵੇਂ ਵਧੇ ਘਟੇਗਾ ਆਪਾਂ ਹੁਣੇ ਡਿਸਕਸ ਕਰਾਂਗੇ, ਕਿਉਂਕਿ ਪਿਊਪਿਲ ਜਿਹੜਾ ਹੈ ਉਹਦੇ ਵਿੱਚੋਂ ਦੀ ਲਾਈਟ ਨਿਕਲਦੀ ਹੈ। ਅਗਰ ਲਾਈਟ ਬਾਹਰ ਬਹੁਤ ਜ਼ਿਆਦਾ ਹੈ ਤਾਂ ਪਿਊਪਿਲ ਦਾ ਡਾਇਆਮੀਟਰ ਜਾਂ ਕੰਸਟ੍ਰਿਕਟ ਕਰ ਜਾਏਗੀ, ਛੋਟਾ ਹੋ ਜਾਏਗਾ ਪਿਊਪਿਲ ਜਿਹੜਾ ਛੇਦ ਹੈ। ਜੇ ਬਾਹਰ ਲਾਈਟ ਘੱਟ ਹੈ ਤਾਂ ਪਿਊਪਿਲ ਵੱਡਾ ਹੋ ਜਾਏਗਾ, ਕਿਉਂਕਿ ਆਵਰ ਆਈ ਨੀਡ ਮੋਰ ਐਂਡ ਮੋਰ ਲਾਈਟ, ਸੋ ਪਿਊਪਿਲ ਦਾ ਸਾਈਜ਼ ਵੇਰੀ ਕਰਦਾ ਹੈ, ਠੀਕ ਹੈ ਜੀ। ਸੋ ਇਹ ਹੋ ਗਈ ਸੈਕਿੰਡ ਵਾਲੀ ਲੇਅਰ, ਸਟਾਰਟਿੰਗ ਫਰੋਮ ਕੋਰੋਇਡ, ਅੱਗੇ ਜਾ ਕੇ ਆ ਗਈ ਸੀਲੀਅਰੀ ਬੋਡੀ, ਉਸ ਤੋਂ ਅੱਗੇ ਜਾ ਕੇ ਆ ਗਈ ਆਇਰਿਸ ਜਿੱਥੇ ਜੁਆਇਨ ਕਰਦਾ ਉੱਥੇ ਇੱਕ ਛੇਦ ਹੈ, ਹੋਲ ਹੈ, ਵਿਚ ਇਜ਼ ਕਾਲਡ ਐਸ ਪਿਊਪਿਲ। ਓਕੇ, ਲਾਸਟ ਲੇਅਰ ਜਿਹੜੀ ਤੁਹਾਡੀ ਬੁੱਕ ਤੇ ਥੋੜੀ ਔਰੇਂਜਿਸ਼ ਜੇ ਕਲਰ ਦੀ ਬਣਾਈ ਹੈ ਦੈਟ ਇਜ਼ ਰੈਟੀਨਾ। ਬਲੂਇਸ਼ ਇਨ ਕਲਰ ਹੁੰਦੀ ਹੈ ਐਂਡ ਇੰਪੋਰਟੈਂਟ ਪਾਰਟ ਹੈ ਕਿਉਂਕਿ ਰੈਟੀਨਾ ਦੇ ਉੱਤੇ ਇਮੇਜ ਫਾਰਮੇਸ਼ਨ ਹੁੰਦੀ ਹੈ। ਰੈਟੀਨਾ ਦੇ ਉੱਤੇ ਕੀ ਹੁੰਦਾ, ਇਮੇਜ ਫਾਰਮੇਸ਼ਨ, ਰਾਈਟ। ਰੈਟੀਨਾ ਜਿਹੜਾ ਹੁੰਦਾ ਬੇਟਾ ਉਹ ਪਿੱਛੋਂ ਥੋੜਾ ਜਿਹਾ ਕੀ ਹੁੰਦਾ, ਪਤਲਾ ਹੁੰਦਾ, ਯੂ ਕੈਨ ਸੇ, ਮਤਲਬ ਘੱਟ ਥਿਕ ਹੁੰਦਾ, ਠੀਕ ਹੈ ਜੀ। ਐਂਡ ਇੰਪੋਰਟੈਂਟ ਗੱਲ ਤੁਹਾਨੂੰ ਇੱਥੇ ਦੱਸਣ ਵਾਲੀ ਹੈ ਕਿ ਰੈਟੀਨਾ ਜਿਹੜਾ ਹੈ, ਜਿੱਥੇ ਮੈਂ ਹੁਣ ਲਾਈਨਸ ਲਗਾਉਣ ਜਾ ਰਹੀ ਹਾਂ, ਇੱਥੇ ਰੈਟੀਨਾ ਦੇ ਵਿੱਚ 3 ਟਾਈਪਸ ਆਫ ਜਾਂ 3 ਲੇਅਰਸ ਆਫ ਸੈਲਸ ਹੁੰਦੇ ਨੇ, ਗੈਂਗਲੀਓਨ ਸੈਲਸ, ਬਾਇਪੋਲਰ ਸੈਲਸ ਐਂਡ ਫੋਟੋ ਰਿਸੈਪਟਰ ਸੈਲ। ਰੈਟੀਨਾ ਦੇ ਵਿੱਚ 3 ਲੇਅਰਸ ਆਫ ਸੈਲਸ ਹੁੰਦੇ ਨੇ, ਗੈਂਗਲੀਓਨ ਸੈਲਸ, ਬਾਇਪੋਲਰ ਸੈਲਸ ਐਂਡ photo receptor cell. Here on retina 3 types of or 3 layers of cells are present. ਕੀ function ਅਸੀਂ mechanism ਚ ਪੜਾਂਗੇ।
सो 3 लेयर्स असी डिस्कस कर लिया स्टूडेंट्स। फाइबरस लेयर सब तो बाहर वाली जिहदे च असी स्क्लेरा पढ़िया तो कॉर्निया पढ़िया। 5/6 पार्ट स्क्लेरा एंड 1/6 पार्ट कॉर्निया। उस तो बाद असी की डिस्कस किया, दैन वी हैव डिस्कस्ड सैकेंड लेयर। सैकेंड लेयर दे विच असी की देखिया, कोरोइड 2/3 पार्ट, अगे सीलरी बॉडी, अगे आयरिस, आयरिस दे विच अगे छेद प्यूपिल होल, दैन लास्ट रेटिना, रेटिना दे विच ब्लूइश इन कलर है, उहदे 3 लेयर ऑफ सैल्स हुंदे ने, गैंगलियन सैल, बायपोलर सैल ते फोटो रिसैप्टर सैल, राइट, दीज 3 टाइप ऑफ सैल। फोटो रिसैप्टर सैल असीं बेसिकली 2 पढ़ांगे, रॉड्स एंड कोन्स। की काम है आपां लेटर ऑन डिस्कस करांगे। सो दिस इज़ द बेसिक स्ट्रक्चर। ओके, होर पार्ट्स जिहड़े रह गए, लैंस। जिहड़ा लैंस है वो इत्थे सीलियरी बॉडी तो एक तरह के बेटा तुसी कह लो सीलियरी बॉडी तो साडे कोल एक तरह के सस्पेंसरी लिगामेंट्स प्रेजेंट होंदे ने, जिथे मैं लाइनस लगा रही हाँ, सीलियरी बॉडी तो सस्पेंसरी लिगामेंट्स जिहड़े निकलते हैं वो लैंस नूं अपनी जगह पर होल्ड करके रखते, ताकि लैंस जिहड़ा है मूव ना करे। बट हाँ, मूव ना करे तो मेरा मतलब है दे होल्ड द लैंस इन प्लेस, पर जदों लोड़ हुंदी है ये सैल लैंस नूं फ्लैक्सीबल बनाते हैं। जदों लोड़ हुंदी है इनू कंस्ट्रिक्ट भी कर सकते हैं ते रिलैक्स भी करा सकते हैं, बिकॉज लाइट, क्योंकि जदों लाइट लैंस दे विचों निकलती है, लैंस ने लाइट नूं अगे रेटिना दे उत्ते फॉल कराना हुंदा है, एक पॉइंट ते उहनूं इकट्ठा करके लाइट में। जो तुम फिजिक्स रे डायग्राम बनाते हो, तुम देखते हो लैंस में जो लाइट निकलती है उन्होंने किसी एंगल ते डेविएट करा के एक पॉइंट ते उन्होंने कलैक्ट करा दिंदा है। सो लाइट किन्ने एंगल ते डेविएट करानी और लैंस ते डिपेंड करता है, पर हुण साडा लैंस बार बार चेंज तो हो नहीं सकता। सो जिहड़े मसल्स ने या जिहड़े है साडे कोल सस्पेंसरी लिगामेंट्स ने, ये लैंस नूं तुसीं कह लो प्रैस करके उन्होंने इदां थिक भी कर सकते हैं एंड उन्होंने लंबा खिंच के थिन भी कर सकते, सो दैट लैंस प्रॉपर तरीके नाल लाइट नूं एक जगह ते कंसनट्रेट करा सके, ताकि रेटिना दे उत्ते प्रॉपर इमेज फॉर्म हो सके। दैन तुहानूं ये सारी जिहड़ी स्पेस दिखाई दे रही है बिटवीन लैंस एंड रेटिना, दिस स्पेस इज़ फिल्ड विद फ्लूइड विट्रस ह्यूमर। इस फ्लूइड जिहड़ा इस जगह ते प्रेजेंट है, इट इज़ कॉल्ड एज विट्रस ह्यूमर। ये जैल की तरह जैली लाइक जिहड़ा है वो फ्लूइड है, ये तुहाडी आई नूं शेप दिंदा है। की दिंदा है? शेप। क्यों? क्योंकि जे विच फ्लूइड ना हुंदा तो तुहाडी आई इन्नी राउंड जी जिद्दां सफेरिकल जी दिखाई दे रही होनी नहीं सी। ठीक है जी, ये उन्होंने एक तरह की तुसीं कह लो जिवें आपां बलून दे विच वाटर फिल कर दिंदे तो एक पर्टिकुलर शेप लै लैंदा ना, तो जो वाटर निकाल दो बस सेम वही चीज़ है। एक होर तरह का फ्लूइड इत्थे प्रेजेंट है विच इज़ कॉल्ड एज एक्वस ह्यूमर बिटवीन लैंस एंड कॉर्निया। कॉर्निया ते लैंस दे विच एक्वस ह्यूमर है, लैंस ते रेटिना दे विच इत्थे विट्रस ह्यूमर है। जिहड़ा एक्वस ह्यूमर है वो वाटर ही हुंदा है, पानी की तरह हुंदा है, लैंस ते कॉर्निया दे विच प्रेजेंट हुंदा है। ठीक है जी, ये लैंस नूं प्रोटैक्ट करके रखदा है। ठीक है जी, सो दिस इज़ एक्वस ह्यूमर। सो आपां इत्थे डिफरेंट पार्ट्स ऑफ एन आई डिस्कस कर ले, स्टार्टिंग फ्रॉम द आउटर लेयर टू इनसाइड किहड़े पार्ट ने तुहाडी आई दे असीं डिस्कस कर ले। राइट, असीं अपनी नैक्सट वीडियो दे विच डिस्कस करांगे अबाउट द मैकेनिज्म ऑफ और वर्किंग ऑफ ह्यूमन आई, और यू कैन से फंक्शनिंग ऑफ ह्यूमन आई।